ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਲਕੀਤ ਰੌਣੀ। ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਸਿੱਖਿਆ ਦੇ ਖੇਤਰ ਨਾਲ ਜੁੜੀ ਹੋਈ ਐਸੀ ਛੋਟੀ ਸਲਤਨਤ ਜਿਹੜੀ ਲੋਕਾਂ ਦੇ ਲਈ ਕੰਮ ਕਰਦੀ ਹੈ, ਜਿਹੜੀ ਇੱਕ ਮਿਆਰੀ ਕਿਸਮ ਦੀ ਸਿੱਖਿਆ ਦੇਣਾ ਜਿਹਦਾ ਫਰਜ਼ ਹੈ, ਜਿਹਦੇ ਵਿੱਚ ਵਿਦਿਆਰਥੀ ਨੂੰ ਸਾਮੀ ਨਹੀਂ ਸਮਝਿਆ ਜਾਂਦਾ, ਸਗੋਂ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਇਹ ਵਿਦਿਆਰਥੀ ਜਿਹੜਾ ਸਾਡੇ ਕੋਲ ਬੱਚਾ ਆਇਆ ਇਹਨੇ ਜ਼ਿੰਮੇਵਾਰ ਨਾਗਰਿਕ ਬਣਨਾ ਕੱਲ੍ਹ ਨੂੰ। ਸੋ ਪੰਜਾਬ ਦਾ ਜ਼ਿਲ੍ਹਾ ਰੂਪਨਗਰ, ਜਿਹਨੂੰ ਅਸੀਂ ਰੋਪੜ ਵੀ ਕਹਿੰਦੇ ਹਾਂ, ਇਤਿਹਾਸਕ ਜ਼ਿਲ੍ਹਾ ਇਹ, ਇਹਦੀ ਇੱਕ ਇਤਿਹਾਸਕ ਧਰਤੀ ਸ਼੍ਰੀ ਚਮਕੌਰ ਸਾਹਿਬ। ਸੋ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਹ ਜਿਹੜੀ ਧਰਤੀ ਹੈ, ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦੀ ਜੰਗ ਵਿੱਚ ਸ਼ਹੀਦ ਹੋਏ ਨੇ, ਉਹਦੇ ਬਿਲਕੁਲ ਨੇੜੇ ਇੱਕ ਪਿੰਡ ਹੈ ਬਸੀ ਗੁਜਰਾਂ। ਬਸੀ ਗੁਜਰਾਂ ਦੇ ਵਿੱਚ ਲੰਬੇ ਸਮੇਂ ਤੋਂ ਇੱਕ ਸੰਸਥਾ ਕੰਮ ਕਰਦੀ ਆਉਂਦੀ ਹੈ, RICC, ਰੂਰਲ ਇੰਸਟੀਚਿਊਟ ਕੈਰੀਅਰ ਫਾਰ ਕੋਰਸਿਸ ਬਸੀ ਗੁਜਰਾਂ ਦੇ ਨਾਂ ਤੇ। ਸੋ ਇਸ ਸੰਸਥਾ ਨੇ ਇਸ ਇਲਾਕੇ ਦੀ ਮੰਗ ਨੂੰ ਦੇਖਦੇ ਹੋਏ ਅੱਜ ਆਪਣੀ ਇੱਕ ਨਵੇਂ ਵਿੰਗ ਦਾ ਉਦਘਾਟਨ ਕੀਤਾ ਹੈ, ਜਿਹਦਾ ਨਾਮ ਹੈ ਡ੍ਰੀਮਲੈਂਡ। CBSE ਵਿੰਗ ਹੈ ਇਹ, ਜਿਹਦਾ ਅੱਜ ਉਦਘਾਟਨ ਡਾਕਟਰ ਅਰਵਿੰਦ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਆਪਣੇ ਕਰ ਕਮਲਾਂ ਨਾਲ ਆ ਕੇ ਕੀਤਾ। ਸੋ ਜਿੱਥੇ ਕਮੇਟੀ ਇਸ ਸਕੂਲ ਨੂੰ ਚਲਾਉਂਦੀ ਹੈ, ਉਹਦੇ ਵਿੱਚ ਇੱਕ ਵੱਡੀ ਖਾਸੀਅਤ ਇਹ ਹੈ ਕਿ ਬਹੁਤ ਸਾਰੇ ਬੱਚੇ ਇਹੋ ਜਿਹੇ ਇਸ ਇਲਾਕੇ ਦੇ ਨੇ ਜਿਹੜੇ ਆਰਥਿਕ ਪੱਖੋਂ ਗਰੀਬ ਨੇ, ਆਰਥਿਕ ਪੱਖੋਂ ਉਹਨਾਂ ਦਾ ਲੈਵਲ ਉਹ ਉੱਚਾ ਨਹੀਂ ਹੈਗਾ, ਪਰ ਬੱਚੇ ਇੰਟੈਲੀਜੈਂਟ ਨੇ, ਪੜ੍ਹਨਾ ਚਾਹੁੰਦੇ ਨੇ, ਪ੍ਰਤਿਭਾਵਾਨ ਨੇ। ਉਹਨਾਂ ਦਾ ਇੱਕ ਟੈਸਟ ਲਿਆ ਜਾਂਦਾ ਤੇ ਉਹਨਾਂ ਬੱਚਿਆਂ ਨੂੰ ਫ੍ਰੀ ਪੜ੍ਹਾਇਆ ਜਾਂਦਾ ਹੈ ਤੇ ਹੋਰ ਵੀ ਬਹੁਤ ਸਾਰੇ ਬੱਚੇ ਪੜ੍ਹਦੇ ਨੇ। ਸੋ ਜਿੱਥੇ ਅੱਜ ਬਹੁਤ ਸਾਰੇ ਬੱਚੇ ਸਾਰੇ ਪੰਜਾਬ ਚੋਂ ਆ ਕੇ ਇੱਥੇ ਪੜ੍ਹਦੇ ਨੇ, ਉੱਥੇ ਕੁਝ ਬੱਚੇ ਇਹੋ ਜਿਹੇ ਨੇ ਜਿਹੜੇ ਇੰਟੈਲੀਜੈਂਟ ਨੇ, ਜਿਨ੍ਹਾਂ ਨੂੰ ਬਿਲਕੁਲ ਇਹ ਸੰਸਥਾ ਆਪਣੇ ਖਰਚੇ ਪੜਾਉਂਦੀ ਹੈ। ਸੋ ਨੋ ਪ੍ਰੋਫਿਟ ਨੋ ਲਾਸ ਤੇ ਸੰਸਥਾ ਚੱਲਦੀ ਹੈ। ਸਵਰਨ ਸਿੰਘ ਭੰਗੂ ਇਹਨਾਂ ਦੇ ਸੰਚਾਲਕ ਨੇ, ਡਾਇਰੈਕਟਰ ਨੇ ਸੰਸਥਾ ਦੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪ੍ਰਿੰਸੀਪਲ ਸਾਹਿਬ ਨੇ ਇੱਥੋਂ ਹਰਦੀਪ ਸਿੰਘ ਕਾਲੋਂ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਆਓ ਮਿਲਦੇ ਹਾਂ ਤੇ ਸਕੂਲ ਦੇ ਦਰਸ਼ਨ ਕਰਦੇ ਹਾਂ। ਮੇਰੇ ਪਿਆਰੇ ਵਿਦਿਆਰਥੀਓ, ਜੀ ਆਇਆਂ ਨੂੰ। ਤੁਸੀਂ ਸੰਜੀਦਾ ਅਤੇ ਸਰਗਰਮ ਚਿੰਤਨ ਦੀ ਇੱਕ ਛੋਟੀ ਸਲਤਨਤ ਵਿੱਚ ਪ੍ਰਵੇਸ਼ ਕਰ ਰਹੇ ਹੋ। ਤੁਹਾਡੀ ਜ਼ਿੰਦਗੀ ਦੇ ਇੱਕ ਖੂਬਸੂਰਤ ਦਿਨ ਦਾ ਆਰੰਭ ਹੋ ਚੁੱਕਿਆ ਹੈ। ਯਾਦ ਰੱਖੋ, ਤੁਹਾਡੇ ਜੀਵਨ ਵਿੱਚੋਂ ਨਿਕਲ ਰਿਹਾ ਅੱਜ ਦਾ ਦਿਨ ਮੁੜ ਕੇ ਨਹੀਂ ਪਰਤਣਾ। ਸਕੂਲ ਸਮੇਂ ਦੀ ਸਹੀ ਵਰਤੋਂ ਬਹੁਤ ਹੀ ਸਮਝਦਾਰੀ ਨਾਲ ਕਰਿਓ, ਅਨੁਸ਼ਾਸਨ ਬਣਾ ਕੇ ਰੱਖਿਓ, ਹਰ ਅਧਿਆਪਕ ਦਾ ਸਤਿਕਾਰ ਕਰਿਓ, ਆਪਸੀ ਸੰਬੰਧ ਅਤੇ ਕਲਾਸ ਕਮਰਿਆਂ ਦਾ ਮਾਹੌਲ ਵਧੀਆ ਬਣਾਈ ਰੱਖਿਓ। ਇਮਾਰਤ ਨੂੰ ਵੀ ਸੰਭਾਲਿਓ, ਵਿਹੜਾ ਵੀ ਸਾਫ਼ ਸੁਥਰਾ ਰੱਖਿਓ, ਗਿਆਨ ਲਈ ਆਪਣੀ ਜਿਗਿਆਸਾ ਬਣਾਈ ਰੱਖਿਓ। ਅਜਿਹਾ ਕਰੋਗੇ ਤਾਂ ਇੱਕ ਦਿਨ ਤੁਸੀਂ ਜ਼ਰੂਰ ਸਫਲ ਵਿਅਕਤੀ ਬਣੋਗੇ। ਇਸ ਧਰਤੀ ਤੇ ਬੰਦੇ ਖਾਤਰ ਨਹੀਂ ਕੋਈ ਕੰਮ ਉਖੇਰਾ, ਬਸ ਚਾਹੀਦਾ ਅੰਬਰਾਂ ਉੱਤੇ ਪੈੜ ਕਰਨ ਦਾ ਜਿਆ। ਰਮ ਪੜਿਆ। ਉਸ ਤੋਂ ਬਾਅਦ ਸ਼ਿੰਗਾਰਾ ਸਿੰਘ ID ਸਾਡੇ ਬਹੁਤ ਹੀ ਮਸ਼ਹੂਰ ਜਿਹੜੇ ਸੰਘਰਸ਼ਾਂ ਦੀ ਜ਼ਿੰਦਗੀ ਵਿੱਚੋਂ ਨਿਕਲ ਕੇ ਆਏ ਇੱਕ ਕਵੀ, ਇੱਕ ਲੇਖਕ ਨੇ। ਉਹਨਾਂ ਦਾ ਅਸੀਂ ਇੱਕ ਜਿਹੜੀ ਕਵਿਤਾ ਇੱਥੇ ਦੀਆਂ 17 ਲਾਈਨਾਂ ਲਿਖ ਕੇ, ਅਸੀਂ ਤੇ ਸਾਡਾ ਕੰਮ ਬੜਾ ਨਾਜ਼ੁਕ ਕੇ ਮਿੱਟੀ ਘੱਟੇ ਲੋਹੇ ਦਾ ਨਹੀਂ, ਕਿੰਨ ਰੁੱਸ ਪੈਣਾ ਏ ਤੇ ਕਿੰਨ ਮਨ ਪੈਣਾ ਏ, ਮਾਵਾਂ ਦੀਆਂ ਗੋਦੀਆਂ ਚੋਂ ਉਤਰ ਕੇ ਆਏ ਇੱਥੇ, ਇਹਨਾਂ ਦਰਿਆਵਾਂ ਖੌਰੇ ਕਿੱਧਰ ਕਿੱਧਰ ਬਹਿਣਾ ਏ, ਦੇਸ਼ ਵਾਲੀ ਬਾਗਡੋਰ ਸਾਹਮਣੀ, ਦੇਸ਼ ਵਾਲੀ ਬਾਗਡੋਰ ਇਹਨਾਂ ਨੇ ਸਾਹਮਣੀ ਏ, ਕਿਸ ਕਿਸ ਗੱਦੀ ਉੱਤੇ ਕਿੰਨ ਕਿੰਨ ਬਹਿਣਾ ਏ, ਡਾਰਾਂ ਬਣ ਆਏ ਡਾਰਾਂ ਬਣ ਉੱਡ ਜਾਣਾ, ਕਿੱਥੇ ਪਾਉਣੇ ਆਲ ਨਹੀਂ ਤੇ ਕਿੱਥੇ ਜਾ ਕੇ ਰਹਿਣਾ ਏ, ਮਾਵਾਂ ਦੇ ਇਹ ਲਾਲ ਲਾਲ ਸਾਡੇ ਨੇ ਹਵਾਲੇ ਕੀਤੇ, ਲਾਲਾਂ ਵਿੱਚ ਖੇਡਦੇ ਆ ਹੋਰ ਕੀ ਲੈਣਾ ਏ। ਸ਼ਿੰਗਾਰਾ ਸਿੰਘ ID ਇਹਨਾਂ ਦੇ ਨਾਲ ਸਲਤਨਤ ਜਿਹੜੀ ਇਹ ਸ਼ੁਰੂ ਹੁੰਦੀ ਹੈ। ਦੁਨੀਆ ਇੱਕ ਖੂਬਸੂਰਤ ਕਿਤਾਬ ਹੈ, ਪਰ ਉਸ ਬੰਦੇ ਲਈ ਬੇਫਾਇਦਾ ਹੈ ਜੋ ਇਸ ਨੂੰ ਪੜ੍ਹਨਾ ਨਹੀਂ ਜਾਣਦਾ। ਸੋ ਤੁਹਾਨੂੰ ਦਰਸ਼ਕ ਕਰਵਾ ਰਹੇ ਮਿਹਰਬਾਨ ਸਾਥੀਆਂ ਦੇ ਨਾਂ ਨੇ, ਜਿਹੜੇ ਸੰਸਥਾ ਦੇ ਮਿਹਰਬਾਨ ਸਾਥੀ ਨੇ। ਸਭ ਤੋਂ ਵਧੀਆ ਮੋਟੋ ਲਿਖਿਆ ਕਿ ਆਪਣੇ ਆਪ ਦੇ ਸਨਮੁਖ ਸੱਚੇ ਰਹੋ। ਇਸੇ ਤਰ੍ਹਾਂ ਘਮੰਡ ਨਾਲ ਆਦਮੀ ਖੁੱਲ ਤਾਂ ਸਕਦਾ ਪਰ ਫੈਲ ਨਹੀਂ ਸਕਦਾ। ਸੋ ਇਸੇ ਤਰ੍ਹਾਂ ਇਹ ਚੰਗੇ ਮਾਟੋ ਦੇ ਨਾਲ ਤੁਹਾਨੂੰ ਮੈਂ ਦਿਖਾਉਣਾ ਅੱਗੇ। ਝੂਠੇ ਆਦਮੀ ਦੀ ਸਜ਼ਾ ਇਹੀ ਹੁੰਦੀ ਹੈ ਕਿ ਜਦ ਵੀ ਉਹ ਝੂਠ ਬੋਲਦਾ, ਲੋਕ ਉਸ ਤੇ ਇਤਬਾਰ ਨਹੀਂ ਕਰਦੇ। ਵਧੀਆ ਲੋਕਾਂ ਦੀ ਖਾਸੀਅਤ ਇਹ ਹੁੰਦੀ ਹੈ ਕਿ ਉਹਨਾਂ ਨੂੰ ਯਾਦ ਨਹੀਂ ਰੱਖਣਾ ਪੈਂਦਾ, ਸਗੋਂ ਹਰ ਵਕਤ ਤੇ ਯਾਦ ਰਹਿੰਦੇ ਨੇ। ਸੋ ਇਹ ਬਹੁਤ ਕਮਾਲ ਦੇ ਮਾਟੋ ਹੈ। ਕਿਤਾਬਾਂ ਦੇ ਕੁਝ ਮਾਟੋ ਨੇ। ਸੱਚੀ ਸਫਲਤਾ ਤੁਹਾਡੇ ਦਸਤਖਤਾਂ ਨੂੰ ਆਟੋਗ੍ਰਾਫ ਵਿੱਚ ਬਦਲ ਦਿੰਦੀ ਹੈ। ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਨੇ, ਸਾਡੀਆਂ ਬੱਚੀਆਂ, ਸਾਡੀਆਂ ਧੀਆਂ ਬਾਰੇ ਇਹ ਲਾਈਨਾਂ ਲਿਖੀਆਂ। ਇਸੇ ਤਰ੍ਹਾਂ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ, ਗਿਆਨ ਹਮੇਸ਼ਾ ਬੋਲਦਾ ਹੈ, ਅਕਲ ਸੁਣਦੀ ਹੈ, ਸਿਆਣਪ ਸਮਝਦੀ है। जिंदगी जिंदा दिली का नाम है, मुर्दा दिल का खाक जिया करते हैं।
ਸੋ ਇਹ ਜਿਹੜੇ ਚੰਗੇ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀਆਂ ਦਾ ਕਾਰਜਕਾਲ ਸਮਾਂ ਤੇ ਉਹਨਾਂ ਦਾ ਵੇਰਵਾ ਹੈ। ਉੱਪਰ ਬੜਾ ਸਾਰਾ ਮਤਲਬ ਹੈਗਾ, ਜਿਨ੍ਹਾਂ ਲੋਕਾਂ ਕੋਲ ਭਵਿੱਖ ਦਾ ਕੋਈ ਨਜ਼ਰੀਆ ਨਹੀਂ ਹੁੰਦਾ ਉਹ ਤਬਾਹ ਹੋ ਜਾਂਦੇ ਨੇ। ਸੋ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਨਜ਼ਰੀਆ ਬਣਾਉਣਾ ਹੈ, ਅਸੀਂ ਕੀ ਕਰਨਾ, ਅਸੀਂ ਕੀ ਕਰਨ ਜਾ ਰਹੇ ਹਾਂ। ਵਰਡ ਦਾ ਮੈਪ ਇਸ ਤਰ੍ਹਾਂ ਦੀਆਂ ਸਾਰੀਆਂ ਸੱਚੀਆਂ ਵੱਡੇ ਲੋਕਾਂ ਦੀਆਂ ਗੱਲਾਂ ਲਿਖੀਆਂ ਨੇ। ਸੁਪਨਾ ਉਹ ਨਹੀਂ ਜੋ ਤੁਸੀਂ ਨੀਂਦ ਵਿੱਚ ਦੇਖਦੇ ਹੋ, ਸੁਪਨਾ ਉਹ ਹੈ ਜੋ ਤੁਹਾਨੂੰ ਨੀਂਦ ਆਉਣ ਨਹੀਂ ਦਿੰਦਾ। ਸੋ ਜੋ ਤੁਹਾਨੂੰ ਸੁਪਨਾ ਨੀਂਦ ਨਹੀਂ ਆਉਣ ਦਿੰਦਾ ਕਿ ਮੈਂ ਕਿਵੇਂ ਪੂਰਾ ਕਰਨਾ, ਉਹ ਸੁਪਨਾ ਹੁੰਦਾ, ਨਾ ਕਿ ਸੁੱਤੇ ਹੋਏ ਸੁਪਨਾ ਦੇਖਿਆ ਜਾਣਾ। ਸਮੇਂ ਦਾ ਮਹੱਤਵ, ਇਸੇ ਤਰ੍ਹਾਂ ਝੂਠ ਦੀ ਸਜ਼ਾ, ਸੁੰਦਰਤਾ ਬਾਰੇ ਮੈਂ ਖਾਸ ਗੱਲ ਪਾਉਣਾ ਚਾਹੁੰਦਾ ਕਿ ਬਾਹਰਲੀ ਸੁੰਦਰਤਾ ਨਾਲੋਂ ਅੰਦਰ ਦੇ ਭਾਵਾਂ ਦੀ ਸੁੰਦਰਤਾ ਵਧੇਰੇ ਸ੍ਰੇਸ਼ਟ ਤੇ ਕੀਮਤੀ ਹੁੰਦੀ ਹੈ। ਵਿਦਿਆ ਜੀਵਨ ਲਈ ਉਸੇ ਤਰ੍ਹਾਂ ਹੈ ਜਿਵੇਂ ਸੰਗਮਰਮਰ ਦੇ ਟੁਕੜੇ ਲਈ ਸ਼ਿਲਪਕਾਰ। ਸੋ ਇਸ ਤਰ੍ਹਾਂ ਕਰਕੇ ਸੰਨ 47 ਤੋਂ ਪਹਿਲਾਂ ਦੇ ਪੰਜਾਬ ਦਾ ਇਹ ਮਾਟੋ ਹੈ। ਸਮੇਂ ਦੀ ਗੱਲ ਹੈ ਕਿ ਸਮੇਂ ਬਾਰੇ ਕਿਹਾ ਕਿ ਸੋਨੇ ਦੀ ਗੁਆਚੀ ਗਲੀ ਮੁੜ ਲੱਭ ਸਕਦੀ ਹੈ, ਪਰ ਸਮਾਂ ਉਹ ਗੁਆਚਿਆ ਪਲਿਆ ਜੋ ਮੁੜ ਕਦੇ ਹੱਥ ਨਹੀਂ ਲੱਗਦਾ। ਚਰਿੱਤਰ ਬਾਰੇ ਜਿਹੜੀ ਅੱਜ ਸਮੇਂ ਦੀ ਬਹੁਤ ਇੰਪੋਰਟੈਂਟ ਗੱਲ ਹੈ, ਹਮੇਸ਼ਾ ਹੀ ਪਹਿਲਾਂ ਵੀ ਰਹੀ ਹੈ। ਚਰਿੱਤਰ ਇੱਕ ਚਿੱਟੇ ਕਾਗਜ਼ ਵਾਂਗ ਹੁੰਦਾ ਹੈ ਜਿਹੜਾ ਇੱਕ ਵਾਰ ਖਰਾਬ ਹੋਣ ਤੇ ਦੁਬਾਰਾ ਉਜਲਾ ਨਹੀਂ ਹੋ ਸਕਦਾ। ਜ਼ਿੰਦਗੀ ਬਹੁਤ ਨਿੱਕੀ ਹੈ, ਇਸ ਨੂੰ ਨਸ਼ਟ ਨਾ ਕਰੋ। ਸੋ ਇਹੋ ਜਿਹੀਆਂ ਮਾਟੋਆਂ ਦੇ ਨਾਲ ਮੈਂ ਤੁਹਾਨੂੰ ਅੱਗੇ ਲੈ ਕੇ ਚੱਲਦਾ, ਦੂਜੀ ਮੰਜ਼ਿਲ ਤੇ ਲੈ ਕੇ ਚੱਲਦੇ ਹਾਂ। ਇਹ ਸਾਡਾ ਸਟਾਫ ਰੂਮ ਹੈ। ਪੁਸਤਕਾਂ ਦੀ ਵਡਿਆਈ। ਪੁਸਤਕਾਂ ਉਹ ਖਿੜਕੀਆਂ ਹੁੰਦੀਆਂ ਹਨ ਜਿਨ੍ਹਾਂ ਰਾਹੀਂ ਅਸੀਂ ਕੁੱਲ ਦੁਨੀਆ ਨੂੰ ਵੇਖਦੇ ਹਾਂ, ਜਿਵੇਂ ਇਤਿਹਾਸ, ਵਿਗਿਆਨ, ਜ਼ਿੰਦਗੀ ਦੇ ਦੋਸਤ, ਦੋਖੀਆਂ ਨੂੰ, ਵਰਤਮਾਨ ਦੇ ਵਰਤਾਰਿਆਂ ਨੂੰ, ਇੱਥੋਂ ਤੱਕ ਭਵਿੱਖ ਨੂੰ ਵੀ। ਇਹ ਲਾਈਨਾਂ ਜਿਹੜੀਆਂ ਪੜ੍ਹੀਆਂ ਸਕੋਮਲਿੰਸਕੀ ਦੀਆਂ, ਇਹ ਜਿਹੜਾ ਰਸ਼ੀਆ ਦਾ ਬਹੁਤ ਵੱਡਾ ਵਿਦਵਾਨ ਹੋਇਆ, ਜਿਹਨੇ ਬੱਚਿਆਂ ਲਈ ਬਹੁਤ ਸਾਰਾ ਕੰਮ ਕੀਤਾ ਹੈ। ਯੁੱਧ ਦੇ ਵਿੱਚ ਉਹਦਾ ਸਾਰਾ ਪਰਿਵਾਰ ਮਾਰਿਆ ਗਿਆ ਸੀ, ਉਸ ਤੋਂ ਬਾਅਦ ਉਹਨੇ ਬੱਚਿਆਂ ਲਈ ਕੰਮ ਕੀਤਾ ਹੈ। ਉਹਦੀ ਵਰਲਡ ਫੇਮਸ ਬੁੱਕ ਕਿਤਾਬ ਜਿਹੜੀ ਉਹਨੇ ਲਿਖੀ, ਦਿਲ ਦੇ ਬੱਚਿਆਂ ਨੂੰ ਆਪਣਾ। ਸੋ ਇਹ ਤੁਸੀਂ ਕਿਤਾਬਾਂ ਦੇ ਵੱਖ-ਵੱਖ ਟਾਈਟਲ ਦੇਖ ਰਹੇ ਹੋ। ਜਿੱਤ ਦਾ ਮਾਰਗ, ਮਾਰਗ ਪੈਰ ਭੇਜਿਆ, ਭਗਤ ਸਿੰਘ ਦੀਆਂ ਜੇ ਚਿੱਠੀਆਂ, ਜਾਂ ਹੋਰ ਸਭ ਬਹੁਤ ਸਾਰੀਆਂ ਕਿਤਾਬਾਂ ਨੇ, ਗਿਆਨਵਾਨ ਕਿਤਾਬਾਂ, ਜਿਹੜੇ ਸਾਡੇ ਵਿਦਵਾਨ ਲੋਕ ਆਪਣਾ ਗਿਆਨ ਕਿਤਾਬਾਂ 'ਚ ਬੰਦ ਕਰਕੇ। ਸਾਡਾ ਇਤਿਹਾਸ, ਭਗਤ ਸਿੰਘ ਦੇ ਅੰਗ ਸੰਗ ਸ਼ਿਵ ਵਰਮਾ ਦੀ ਲਿਖੀ ਕਿਤਾਬ। ਸੋ ਇਹ ਸਾਰੀਆਂ ਕਿਤਾਬਾਂ ਨੇ। ਮੈਂ ਤੁਹਾਨੂੰ ਹੁਣ ਦਰਸ਼ਨ ਕਰਾਉਣ ਲੱਗਾ ਲਾਇਬ੍ਰੇਰੀ ਦੇ, ਜਿਹੜੀ ਸਾਡੀ ਇਸ ਸਕੂਲ ਦੀ ਲਾਇਬ੍ਰੇਰੀ ਹੈ। ਪ੍ਰਸਿੱਧ ਜਿਹੜੇ ਸਾਡੇ ਪੰਜਾਬ ਦੇ ਲੇਖਕ ਨੇ, ਭਾਈ ਵੀਰ ਸਿੰਘ, ਨਾਨਕ ਸਿੰਘ, ਗੁਰਬਖਸ਼ ਸਿੰਘ ਪ੍ਰੀਤਲੀ, ਜਸਵੰਤ ਸਿੰਘ ਕਮਲ, ਗੁਰਦਿਆਲ ਸਿੰਘ, ਹੋਰ ਵੀ ਬਹੁਤ ਸਾਰੇ ਲੇਖਕ ਨੇ। ਪਰ ਅਸੀਂ ਇਹਨਾਂ ਨੂੰ ਕੁਝ ਨੂੰ ਇੱਥੇ ਲਾਉਣ ਦੀ ਕੋਸ਼ਿਸ਼ ਕੀਤੀ, ਫੋਟੋਆਂ, ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ। ਬਾਕੀ ਜਨਾਬ ਕੀ ਕਰਦੇ ਆ। ਪ੍ਰਸਿੱਧ ਅਧਿਆਤਮਵਾਦੀ ਲੇਖ ਬਾਬਾ ਸ਼ੇਖ ਫਰੀਦ ਜੀ, ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਬੁੱਲੇ ਸ਼ਾਹ ਜੀ, ਹਾਸ਼ਮ ਵਾਰਿਸ ਸ਼ਾਹ। ਇਸੇ ਤਰ੍ਹਾਂ ਸਾਡੇ ਅੱਜ ਦੇ ਦੌਰ ਦੇ ਲੇਖਕਾਂ ਦੇ ਵਿੱਚੋਂ ਗੁਰਦਿਆਲ ਦਰਾਜ ਜੀ, ਸੁਰਜੀਤ ਪਾਤਰ, ਅਵਤਾਰ ਪਾਸ਼, ਅਮਰਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਪ੍ਰੋਫੈਸਰ ਮੋਹਨ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਭਾਈ ਵੀਰ ਸਿੰਘ, ਦੀਵਾਨ ਸਿੰਘ ਕਾਲੇ ਪਾਣੀ। ਪ੍ਰਸਿੱਧ ਕ੍ਰਾਂਤੀਕਾਰੀ ਲੇਖਕ ਕਾਰਲ ਮਾਰਕਸ, ਫਰੈਡਰਿਕ ਐਂਗਲਸ, ਲੈਨਨ, ਸਟਾਲਿਨ, ਮਾਓ ਜ਼ੇਤੁੰਗ। ਇਸੇ ਤਰ੍ਹਾਂ ਪ੍ਰਸਿੱਧ ਨਾਟਕਕਾਰ ਮੋਢੀਆਂ ਦੇ ਵਿੱਚੋਂ ਈਸ਼ਵਰ ਚੰਦ ਨੰਦਾ, ਡਾਕਟਰ ਹਰਚਰਨ ਸਿੰਘ, ਬਲਵੰਤ ਗਾਰਗੀ, ਭਾਜੀ ਗੁਰਸ਼ਰਨ ਸਿੰਘ, ਪ੍ਰੋਫੈਸਰ ਅਜਮੇਰ ਔਲਖ, ਪਾਲੀ ਭੁਪਿੰਦਰ, ਡਾਕਟਰ ਆਤਮਜੀਤ, ਕਰਤਾਰ ਸਿੰਘ ਦੁੱਗਲ, ਸਤੀਸ਼ ਵਰਮਾ, ਮਾਸਟਰ ਤਲੋਚਨ। ਉਸ ਤੋਂ ਬਾਅਦ ਅੱਜ ਦੇ ਦੌਰ ਦੇ ਬਹੁਤ ਸਾਰੇ ਲੇਖਕ ਆਉਂਦੇ ਨੇ। ਵਿਸ਼ਵ ਪ੍ਰਸਿੱਧ ਲੇਖਕਾਂ ਦੇ ਵਿੱਚ ਇਹਨਾਂ ਵਿੱਚ ਨਾਮ ਆਉਂਦਾ ਹੈ ਬੋਰਿਸ ਪੋਲੇਵੋਈ, ਗੋਰਕੀ, ਤਾਲਸਤਾਏ, ਰਸੂਲ ਹਮਜ਼ਾ ਤੋਬ, ਤਸਲੀਮਾ ਨਸਰੀਨ। ਸੋ ਇਸੇ ਤਰ੍ਹਾਂ ਇੱਕ ਮੋਟੀ ਨਜ਼ਰ ਸਾਰੀ ਪੂਰੀ ਲਾਇਬ੍ਰੇਰੀ ਤੇ ਆਪਾਂ ਮਾਰਦੇ ਹਾਂ ਕਿ ਲਾਇਬ੍ਰੇਰੀ ਦੇ ਵਿੱਚ ਜਿੱਥੇ ਬਹੁਤ ਸਾਰੇ ਲੇਖਕ ਨੇ, ਬਹੁਤ ਸਾਰੇ ਕਿਤਾਬਾਂ ਨੇ, ਬਹੁਤ ਸਾਰੇ ਮਾਟੋਜ਼ ਨੇ। ਇਸੇ ਤਰ੍ਹਾਂ ਜਿਹੜੇ ਵਾਰਤਕ ਦੇ ਪ੍ਰਸਿੱਧ ਵਾਰਤਾ ਦੇ ਲੇਖਕ ਨੇ, ਉਹਨਾਂ ਦੇ ਵਿੱਚ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਪ੍ਰਸਿੱਧ ਵਾਰਤਾ ਲੇਖਕ ਨੇ ਇਹ ਗਿਆਨੀ ਗੁਰਦਿੱਤ ਸਿੰਘ, ਰਾਮ ਸਰੂਪ ਅਣਖੀ, ਕਰਨੈਲ ਸਿੰਘ ਸੋਮਲ, ਗੁਰਬਚਨ ਸਿੰਘ, ਅਮਰਜੀਤ ਚੰਦਨ, ਮਿੱਤਰ ਸੈਨ ਮੀਤ, ਜਸਵੀਰ ਭੁੱਲਰ, ਇਕਬਾਲ ਰਾਮੂਵਾਲੀਆ, ਅਜੀਤ ਕੌਰ ਤੇ ਜਸਵੰਤ ਜਫਰ। ਬੇਸ਼ੱਕ ਇਹ ਰਾਈਟਰ ਹੋਰ ਵੀ ਬਹੁਤ ਕੁਝ ਲਿਖਦੇ ਨੇ, ਪਰ ਅਸੀਂ ਇਸ ਤਰ੍ਹਾਂ ਮੰਨਦੇ ਹਾਂ
ਅੱਗੇ ਚੱਲ ਕੇ ਪ੍ਰਸਿੱਧ ਕਹਾਣੀਕਾਰ ਜਿਹੜੇ ਸਾਡੇ ਬਹੁਤ ਸਾਰੇ ਕਹਾਣੀਕਾਰ ਨੇ, ਬਸ ਕੁਝ ਕਹਾਣੀਕਾਰ ਦੀਆਂ ਅਸੀਂ ਫੋਟੋਆਂ ਇੱਥੇ ਤੁਹਾਨੂੰ ਦਿਖਾਉਣ ਲਈ ਲਾਈਆਂ ਨੇ। ਪ੍ਰਸਿੱਧ ਕਹਾਣੀਕਾਰਾਂ ਚੋਂ ਪ੍ਰਸਿੱਧ ਕੌਮੀ ਲੇਖ ਰਵਿੰਦਰਨਾਥ ਟੈਗੋਰ, ਮੁਨਸ਼ੀ ਪ੍ਰੇਮਚੰਦ, ਖੁਸ਼ਵੰਤ ਸਿੰਘ, ਸਲਮਾਨ ਰਸ਼ਦੀ, ਅਰੁੰਧਤੀ ਰਾਏ। ਇਹ ਇੱਕ ਵੱਡਾ ਹਾਲ ਹੈ ਜਿਹਦੇ ਵਿੱਚ ਪ੍ਰੋਜੈਕਟਰ ਲੱਗਿਆ ਹੈ। ਇੱਥੇ ਬੱਚਿਆਂ ਨੂੰ ਕੋਈ ਸੈਮੀਨਾਰ ਲਈ ਜਾਂ ਹੋਰ ਕਿਸੇ ਫੰਕਸ਼ਨ ਦੇ ਲਈ ਉਹ ਸਹੂਲਤ ਹੈ। ਤੇ ਇਲਾਕੇ ਦੀ ਕੋਈ ਜਿਹੜੀ ਜਥੇਬੰਦੀ ਹੈ, ਕੋਈ ਕਿਸਾਨ ਜਥੇਬੰਦੀ, ਟੀਚਰ ਜਥੇਬੰਦੀ ਕੋਈ ਮੀਟਿੰਗ ਕਰਨਾ ਚਾਹੁੰਦੀ, ਪ੍ਰੋਗਰਾਮ ਕਰਨਾ ਚਾਹੁੰਦੀ ਹੈ, ਉਹਦੇ ਲਈ ਇੱਕ ਵੱਡਾ ਪ੍ਰੋਜੈਕਟਰ ਸਮੇਤ ਇਹ ਏਸੀ ਹਾਲ ਹੈ। ਇੱਕ ਇਹ ਹੈ ਜੀ ਡ੍ਰੀਮਲੈਂਡ ਪਬਲਿਕ ਸਕੂਲ, RICC ਬਸੀ ਗੁਜਰਾਂ 'ਚ ਇੱਕ ਜਿਹੜੀ ਲੰਬੇ ਸਮੇਂ ਤੋਂ ਸੰਸਥਾ ਚੱਲ ਰਹੀ ਹੈ। ਬੱਚਿਆਂ ਨੂੰ ਚੰਗੇ ਕੈਰੀਅਰ ਲਈ, ਚੰਗੇ ਭਵਿੱਖ ਲਈ ਤਿਆਰ ਕਰਦੀ ਹੈ। ਸੋ ਉਹਦੀ CBSE ਵਿੰਗ ਜਿਹੜਾ ਡ੍ਰੀਮਲੈਂਡ ਪਬਲਿਕ ਸਕੂਲ ਦੇ ਨਾਂ ਤੇ ਉਹਦਾ ਅੱਜ ਉਦਘਾਟਨ ਹੋਇਆ। ਸੋ ਉਸ ਦੇ ਉਦਘਾਟਨ ਮੌਕੇ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਜੀ ਪਹੁੰਚੇ ਸੀ। ਇਹ ਨਵੀਂ ਬਿਲਡਿੰਗ ਜਿਹੜੀ ਬਣ ਕੇ ਤਿਆਰ ਹੋਈ ਹੈ ਜੀ, ਡ੍ਰੀਮਲੈਂਡ ਪਬਲਿਕ ਸਕੂਲ ਬਸੀ ਗੁਜਰਾਂ, ਜ਼ਿਲ੍ਹਾ ਰੂਪਨਗਰ। ਗਿਆਨ ਬਿਨਾਂ ਮਨੁੱਖ ਅਧੂਰਾ ਹੈ, ਸਿੱਖਿਆ ਕਰਦੀ ਕੰਮ ਇਹ ਪੂਰਾ ਹੈ। ਡਾਕਟਰ ਅਰਵਿੰਦ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 1 ਜੂਨ 2021 ਨੂੰ ਆਪਣੇ ਕਰਕਮਲਾਂ ਦੇ ਨਾਲ ਉਦਘਾਟਨ ਕੀਤਾ ਜੀ। ਇੱਕ ਪੇਂਡੂ ਸਿੱਖਿਆ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਵੱਡਾ ਨਾਂ ਹੈ। ਡਾਕਟਰ ਅਰਵਿੰਦ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੇ। ਉਹ ਸਾਡੇ ਲਈ ਇੱਕ ਵੱਡਾ ਨਾਂ ਹੈ ਸਿੱਖਿਆ ਦੇ ਵਿੱਚ, ਜਿਨ੍ਹਾਂ ਨੇ ਪੇਂਡੂ ਖੇਤਰ ਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਹੈ। ਹਾਂਜੀ, ਇਹ ਨਾ ਮਾਲਵਾ ਰੂਰਲ ਐਜੂਕੇਸ਼ਨਲ ਸੁਸਾਇਟੀ ਦੇ ਪਲੇਟਫਾਰਮ ਤੋਂ ਇਹ ਕਹਿ ਲਓ ਵੀ ਉਹ ਸੁਸਾਇਟੀ ਬਣਾ ਕੇ ਅਸੀਂ ਐਜੂਕੇਸ਼ਨ ਦੇ ਵਿੱਚ ਦਖਲ ਦਿੱਤਾ। ਤੇ ਉਹ ਦਖਲ ਦਿੰਦਿਆਂ ਸਾਨੂੰ 24 ਸਾਲ ਹੋ ਗਏ ਨੇ। ਸਾਡੀ ਨਾਲ ਹੀ ਇੱਕ ਇਮਾਰਤ ਵਿੱਚ ਸਰਦਾਰ ਗੁਰਦੇਵ ਸਿੰਘ ਕੰਗ ਮੈਮੋਰੀਅਲ ਸਕੂਲ ਚੱਲ ਰਿਹਾ ਹੈਗਾ, ਤੇ ਜਿਹੜਾ ਕਿ +2 ਤੱਕ ਹੈਗਾ। ਉਹਦੇ ਰਾਹੀਂ ਸਾਡਾ ਵਿੱਦਿਆ ਦੇ ਵਿੱਚ ਕਾਫੀ ਵੱਡਾ ਦਖਲ ਹੈਗਾ ਜੀ, ਜਿਹਦੇ 'ਚ ਅਸੀਂ ਇਹ ਕਹਿ ਸਕਦੇ ਹਾਂ ਵੀ ਸੈਂਕੜੇ ਹਜ਼ਾਰਾਂ ਬੱਚਿਆਂ ਦੀ ਤਕਰੀਰ ਉਹਦੇ ਰਾਹੀਂ ਬਦਲੀ ਹੈ। ਸਾਡਾ ਮਨੋਰਥ ਇਹ ਹੈਗਾ ਕਿ ਇਲਾਕੇ ਦੇ ਵਿੱਚ ਉਹ ਬੱਚੇ ਜਿਹੜੇ ਫੀਸ ਦੇ ਸਕਦੇ ਆ ਮਾਪੇ, ਉਹ ਤਾਂ ਫੀਸ ਦੇਣ, ਪਰ ਜਿਹੜੇ ਨਹੀਂ ਦੇ ਸਕਦੇ ਯਾਰ, ਉਹ ਇੰਟੈਲੀਜੈਂਟ ਨੇ, ਅਸੀਂ ਉਹਨਾਂ ਬੱਚਿਆਂ ਦੀ ਬਾਹ ਫੜਦੇ ਹਾਂ ਤੇ ਅਸੀਂ ਉਹਨਾਂ ਦਾ ਸਿਰੇ ਤੱਕ ਪਾਰ ਉਤਾਰਾ ਕਰਦੇ ਹੈਗੇ ਆ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤੇ ਇਹ ਕਹਿ ਲਓ ਵੀ ਲੋਕਾਂ ਦੀ ਕੁਝ ਮਾਨਸਿਕਤਾ ਇਸ ਤਰ੍ਹਾਂ ਦੀ ਬਣਨ ਲੱਗ ਗਈ ਹੈ ਕਿ ਜਿਹੜੀ CBSE ਸਕੂਲ ਹੈ ਉਹ ਪਿੰਡੂ ਇਲਾਕੇ ਦੇ ਵਿੱਚ ਵੀ ਹੋਣੇ ਚਾਹੀਦੇ ਆ। ਸੋ ਲੋਕਾਂ ਦੀ ਬੜੀ ਚਿਰਾਂ ਤੋਂ ਮੰਗ ਸੀ ਕਿ ਤੁਸੀਂ ਵੀ ਇੱਕ CBSE ਵਿੰਗ ਦਾ ਜਿਹੜਾ ਸਕੂਲ ਹੈਗਾ ਉਹ ਸ਼ੁਰੂ ਕਰੋ, ਜਿਹਦੇ ਵਿੱਚ ਅਸੀਂ ਇਹ ਇਮਾਰਤ ਬਣਾਈ ਹੈਗੀ ਆ। ਤੇ ਇਹ ਇਮਾਰਤ ਇਹ ਕਹਿ ਲਓ ਵੀ ਅਸੀਂ ਉਦੋਂ ਬਣਾਈ ਹੈ ਜਦੋਂ ਇਹ ਕਹਿ ਲਓ ਵੀ ਸ਼ੁਰੂ ਕੀਤੀ, ਉਦੋਂ ਇੱਥੇ ਪੰਜਾਬ ਕੀ ਸਾਰੇ ਭਾਰਤ ਦੇ ਵਿੱਚ ਹੀ ਕਰਫਿਊ ਲੱਗ ਗਿਆ। ਜਾਣੀ ਉਹ ਇਸ ਇਮਾਰਤ ਨੇ, ਇਸ ਸਾਡੇ ਉਦੇਸ਼ ਨੇ, ਇਸ ਸਾਡੇ ਸੁਪਨੇ ਨੇ ਉਹ ਕਰੋਨਾ ਕਾਲ ਕਰਫਿਊ ਵਾਲਾ ਹੰਢਾਇਆ। ਕੁੱਲ ਮਿਲਾ ਕੇ ਬਹੁਤ ਵੱਡੀ ਚੁਣੌਤੀ ਸੀ ਸਾਡੀ, ਜਿਹਦੇ ਸਕੂਲ ਬੰਦ ਹੋ ਗਏ, ਆਮਦਨ ਬੰਦ ਹੋ ਗਈ, ਸਾਰਾ ਕੁਝ ਹੋ ਗਿਆ। ਸੋ ਸਾਡੇ ਲਈ ਇਹ ਚੁਣੌਤੀ ਸੀ ਇਸ ਇਮਾਰਤ ਨੂੰ ਬਣਾਉਣਾ, ਤੇ ਹੌਲੀ ਹੌਲੀ ਇਸ ਚੁਣੌਤੀ ਨੂੰ ਅਸੀਂ ਪ੍ਰਵਾਨ ਕੀਤਾ ਤੇ ਆਪਣੇ ਮਿਹਰਬਾਨ ਲੋਕਾਂ ਦੇ ਨਾਲ ਗੱਲ ਕੀਤੀ, ਤੇ ਜਿਹਦੇ ਨਾਲ ਕੀ ਹੈਗਾ ਕਿ ਬਹੁਤ ਸਾਰੇ ਲੋਕਾਂ ਨੇ ਸਾਨੂੰ ਦਾਨ ਵੀ ਦਿੱਤੇ। ਜਿਵੇਂ ਤੁਸੀਂ ਆ ਸੂਚੀ ਦੇਖਦੇ ਹੋ, ਉਹਦੇ ਵਿੱਚ 10,90,266 ਰੁਪਏ ਜਿਹੜਾ ਹੈਗਾ ਉਹ ਦਾਨ ਦਿੱਤਾ ਲੋਕਾਂ ਨੇ। ਇਸੇ ਤਰ੍ਹਾਂ ਕੁਝ ਵਾਪਸੀਯੋਗ ਅਮਾਨਤਾਂ ਆਈਆਂ 42 ਲੱਖ ਰੁਪਏ ਦੀਆਂ, ਤੇ ਅਜੇ ਵੀ ਇਹਦੀਆਂ 8 ਲੱਖ ਰੁਪਏ ਦੀਆਂ ਦੇਣਦਾਰੀਆਂ। ਸੋ ਕੁੱਲ ਮਿਲਾ ਕੇ ਇਹਨਾਂ ਲੋਕਾਂ ਦੇ, ਇਹਨਾਂ ਮਿਹਰਬਾਨ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਇਹ ਸਾਰਾ ਕੁਝ ਨੇਪਰੇ ਚੜਿਆ ਹੈਗਾ। ਸੋ ਅੱਜ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਕੋਈ ਯੋਗ ਵਿਅਕਤੀ ਇਸ ਸੰਸਥਾ ਦਾ ਉਦਘਾਟਨ ਕਰੇ। ਅੱਜ ਇਸ ਤਰ੍ਹਾਂ ਦਾ ਮੌਕਾ ਮਿਲ ਸੀਗਾ, ਜਿਹਦੇ 'ਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਹੋਰੀ ਇਹਦਾ ਉਦਘਾਟਨ ਕਰਕੇ ਗਏ ਨੇ। ਸੋ ਕਰੋਨਾ ਕਾਲ ਦੇ ਵਿੱਚ ਬੜੇ ਸੰਖੇਪ ਲੋਕਾਂ ਦੇ ਨਾਲ, ਮਹਿਮਾਨਾਂ ਦੇ ਨਾਲ ਅਸੀਂ ਇਹ ਉਦਘਾਟਨ ਕੀਤਾ ਹੈਗਾ। ਬਹੁਤ ਅੱਛਾ ਮੌਕਾ ਮਿਲ ਸੀਗਾ, ਜਿਹਦੇ 'ਚ ਉਹ ਆਏ ਸੀ, ਸਾਡੇ ਹੋਰ ਜਿਹੜੇ ਦੋਸਤ ਮਿੱਤਰ ਉਹ ਆਏ ਸੀ, ਸਾਡਾ ਸਟਾਫ ਸੀਗਾ।
ਸੋ ਬਹੁਤ ਚੰਗਾ ਇਹ ਅੱਜ ਕੰਮ ਹੋਇਆ। मैं हरदीप सिंह कालू प्रिंसिपल RICC बसी गुजरा वर्किंग एज प्रिंसिपल सिंस 2016 और ये जी संस्था है 1997 ਦੇ ਵਿੱਚ ਹੋਂਦ ਦੇ ਵਿੱਚ ਆਈ ਸੀ। ਉਸ ਤੋਂ ਲੈ ਕੇ ਇਸ ਸੰਸਥਾ ਨੇ ਜਿਹੜਾ ਆਪਣਾ ਲਗਭਗ 24 ਸਾਲ ਦਾ ਪੜਾਅ ਜਿਹੜਾ ਪੂਰਾ ਕੀਤਾ ਹੈ। ਉਸ ਤੋਂ ਬਾਅਦ ਅਸੀਂ ਜੋ ਲੋਕਾਂ ਦੀ ਮੰਗ ਸੀ ਉਹਦੇ ਅਨੁਸਾਰ CBSE ਸਕੂਲ ਜਿਹੜਾ ਹੈ ਉਹਦੀ ਅੱਜ ਸ਼ੁਰੂਆਤ ਕੀਤੀ ਹੈਗੀ ਹੈ, ਉਹਦਾ ਉਦਘਾਟਨ ਕੀਤਾ ਹੈ। और वो बड़े ही अजीम शख्सियत डॉक्टर अरविंद जो इस समय पंजाबी यूनिवर्सिटी के वाइस चांसलर ने उन्होंने उद्घाटन किया है और वो साडी इस संस्था के उद्घाटन करने ते बड़ा खुशी ਜ਼ਾਹਰ की है क्योंकि उन्होंने भी खुद सिक्ख्या के नाल जुड़े हुए हैं और साडा स्कूल भी सिक्ख्या के नाल जुड़िया होया। साडे स्कूल द्वारा 6ਵੀਂ ਦੇ ਵਿਦਿਆਰਥੀਆਂ ਦੇ ਵਿੱਚ ਇੱਕ ਟੈਸਟ ਲਿਆ ਜਾਂਦਾ ਜਿਹਨੂੰ ਪ੍ਰਤਿਭਾ ਟੈਸਟ ਕਿਹਾ ਜਾਂਦਾ ਹੈ। ਉਹਦੇ ਵਿੱਚ ਹੀ ਬਿਲਕੁਲ ਗਰੀਬ ਬੱਚੇ ਨੇ ਜਿਨ੍ਹਾਂ ਦੇ ਪਰਿਵਾਰ ਫੈਮਲੀਜ਼ ਜਿਹੜੀਆਂ ਹੈਗੀਆਂ ਫੀਸ ਨਹੀਂ ਦੇ ਸਕਦੀਆਂ, ਉਹਨਾਂ ਦਾ ਟੈਸਟ ਲਿਆ ਜਾਂਦਾ ਹੈ। ਟੈਸਟ ਲੈ ਕੇ ਉਹਨਾਂ ਦੇ ਘਰ ਦੀ ਕੰਡੀਸ਼ਨ ਤੋਂ ਬਾਅਦ ਅਸੀਂ ਉਹਨਾਂ ਨੂੰ ਦਾਖਲਾ ਦਿੰਦੇ ਹਾਂ ਔਰ ਬਿਲਕੁਲ ਫ੍ਰੀ ਪੜ੍ਹਾਇਆ ਜਾਂਦਾ ਹੈ। ਇਸ ਸਮੇਂ ਲਗਭਗ ਸਾਡੇ ਕੋਲ 80 ਤੋਂ 85 ਬੱਚੇ ਜਿਹੜੇ ਨੇ ਉਹ ਬਿਲਕੁਲ ਫ੍ਰੀ ਪੜ੍ਹ ਰਹੇ, ਜਿਨ੍ਹਾਂ ਦੀ ਕੋਈ ਵੀ ਜਿਹੜੀ ਫੀਸ ਜਿਹੜੀ ਹੈ ਸਕੂਲ ਵੱਲੋਂ ਨਹੀਂ ਲਈ ਜਾਂਦੀ। ਸੋ ਇਹ ਸੰਸਥਾ ਜਿਹੜੀ ਹੈ ਲੋਕਾਂ ਦੇ ਨਾਲ ਜੁੜੀ ਹੈ, ਲੋਕਾਂ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਨਾਲ ਜੁੜੀ ਹੈ ਔਰ ਸਮਾਜ ਸੇਵਾ ਦਾ ਜਿਹੜਾ ਕਾਰਜ ਹੈ ਬਿਨਾਂ ਕਿਸੇ ਸਵਾਰਥ ਤੋਂ ਬਿਨਾਂ ਕਿਸੇ ਮੁਨਾਫੇ ਤੋਂ ਜਿਹੜਾ ਇਹ ਕਰ ਰਹੀ ਹੈ ਲਗਾਤਾਰ। ਸੋ ਸਾਨੂੰ ਆਸ ਹੈ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੀ ਇਹ ਸੰਸਥਾ 97 'ਚ ਚੱਲ ਰਹੀ ਹੈ ਔਰ ਆਉਣ ਵਾਲੇ ਸਮੇਂ ਤੱਕ ਅਸੀਂ ਜਿਹੜਾ ਕਾਰਜ ਹੈ ਉਹ ਪੂਰਾ ਕਰਦੇ ਰਹਾਂਗੇ। ਧੰਨਵਾਦ।